ਡੀਐਸਜੀਐਮਸੀ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਦੇ ਲਈ ਮਨਜਿੰਦਰ ਸਿੰਘ ਸਿਰਸੌਰੀ। ਸੋ ਬਹੁਤ ਬਹੁਤ ਸਵਾਗਤ ਹੈ ਸਿਰਸਾ ਸਾਹਿਬ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਤੇ। ਸਭ ਤੋਂ ਪਹਿਲਾਂ ਜੋ ਅੱਜ ਭਾਰਤ ਬੰਦ ਹੈ, ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਇਸ ਨੂੰ ਲੈ ਕੇ ਕੀ ਕਹੋਗੇ? ਜੀ ਦੇਖੋ ਜੀ, ਇਹ ਤੇ ਬਿਲਕੁਲ ਜੋ ਭਾਰਤ ਬੰਦ ਕੀਤਾ ਗਿਆ ਹੈ ਬਿਲकुल ਠੀਕ ਆ, ਇਹ ਹੋਣਾ ਚਾਹੀਦਾ ਸੀਗਾ। ਇਹਨੂੰ ਤੇ ਇਹਦੇ ਨਾਲ ਤੇ ਇੱਕ ਵੱਡਾ ਸੰਦੇਸ਼ ਗਿਆ ਜਿਹੜਾ ਇਹ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਇਹ ਪ੍ਰੋਟੈਸਟ ਹੈ ਖਾਲੀ ਪੰਜਾਬ ਦਾ ਹੈ ਜਾਂ ਖਾਲੀ ਹਰਿਆਣੇ ਦਾ ਹੈ। ਅੱਜ ਇਹ ਸਮਝ ਆ ਗਿਆ ਕਿ ਇਹ ਪ੍ਰੋਟੈਸਟ ਖਾਲੀ ਪੰਜਾਬ ਜਾਂ ਹਰਿਆਣੇ ਦਾ ਨਹੀਂ ਹੈਗਾ, ਇਹ ਪ੍ਰੋਟੈਸਟ ਦੇਸ਼ ਦਾ ਪ੍ਰੋਟੈਸਟ ਹੈ, ਇਹ ਪ੍ਰੋਟੈਸਟ ਕਿਸਾਨੀ ਦਾ ਪ੍ਰੋਟੈਸਟ ਹੈ। ਇਹ ਪ੍ਰੋਟੈਸਟ ਬਾਰ-ਬਾਰ ਇੱਕ ਰੀਜਨ ਤੇ ਸੀਮਿਤ ਕੀਤਾ ਜਾ ਰਿਹਾ ਸੀਗਾ। ਇਹ ਪ੍ਰੋਟੈਸਟ ਨੂੰ ਇੱਕ ਐਂਟੀ ਨੈਸ਼ਨਲ ਪ੍ਰੋਟੈਸਟ ਦੱਸਿਆ ਜਾ ਰਿਹਾ ਸੀਗਾ ਕਿਉਂਕਿ ਸਾਨੂੰ ਬਦਨਾਮ ਕਰਕੇ ਸਰਕਾਰ ਕਿਸੇ ਨਾ ਕਿਸੇ ਤਰੀਕੇ ਇਸ ਪ੍ਰੋਟੈਸਟ ਦੇ ਨੂੰ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ ਔਰ ਇਸ ਪ੍ਰੋਟੈਸਟ ਨੂੰ ਐਂਟੀ ਨੇਸ਼ਨ ਦੱਸ ਕੇ ਇਸ ਪ੍ਰੋਟੈਸਟ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ, ਜੋ ਕਿ ਅੱਜ ਦੇਸ਼ ਭਰ ਦੇ ਲੋਕਾਂ ਨੇ ਇਸ ਪ੍ਰੋਟੈਸਟ ਨੂੰ ਕਾਮਯਾਬ ਕਰਕੇ ਇਹ ਸਾਬਤ ਕੀਤਾ ਹੈ ਕਿ ਇਹ ਪ੍ਰੋਟੈਸਟ ਨਾ ਤੇ ਕਿਸੇ ਇੱਕ ਧਰਮ ਦਾ, ਨਾ ਕਿਸੇ ਇੱਕ ਸੂਬੇ ਦਾ ਔਰ ਨਾ ਹੀ ਇਹ ਐਂਟੀ ਨੈਸ਼ਨਲ ਆ, ਬਲਕਿ ਇਹ ਪ੍ਰੋਟੈਸਟ ਇੱਕ ਲੋੜ ਜਿਹੜੀ ਆ ਸਹੀ ਮਾਇਨੇ ਦੇ ਅੰਦਰ ਕਿਸਾਨੀ ਦੀ ਜਿਹੜੀ ਲੜਾਈ ਆ ਔਰ ਕਿਸਾਨ ਮਾਰੂ ਜਿਹੜੀ ਨੀਤੀਆਂ ਬਣਾਈਆਂ ਨੇ ਸਰਕਾਰ ਨੇ, 3 ਬਿੱਲ ਬਣਾ ਕੇ ਪੂੰਜੀਪਤੀਆਂ ਦੇ ਹਵਾਲੇ ਕੀਤਾ ਹੈ ਸਰਕਾਰ ਨੇ ਕਿਸਾਨ ਨੂੰ, ਇਹ ਉਹਦੇ ਖਿਲਾਫ ਆ ਔਰ ਕਿਸੇ ਸੂਰਤ ਅੰਦਰ ਵੀ ਇਹ ਬਿੱਲ ਨੂੰ ਕਿਸਾਨ ਜਿਹੜਾ ਐਕਸੈਪਟ ਨਹੀਂ ਕਰ। ਮੈਂ ਇੱਕ ਚੀਜ਼ ਸਮਝ ਨਹੀਂ ਚਾ ਰਿਹਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਇੱਕ ਕੌਮ ਦਾ ਇੱਕ ਕਿਤੇ ਦਾ ਜਾਂ ਕਹਿ ਲਈਏ ਕਿ ਇੱਕ ਖੇਤਰ ਦੇ ਪ੍ਰੋਟੈਸਟ ਵਜੋਂ ਜਿਹਨੂੰ ਵੇਖਿਆ ਜਾ ਰਿਹਾ ਸੀ, ਪ੍ਰਚਾਰਿਤ ਕੀਤਾ ਜਾ ਰਿਹਾ ਸੀ, ਘੱਟੋ ਘੱਟ ਅੱਜ ਉਹ ਸਮਝ ਆ ਗਿਆ ਕਿ ਇਹ ਕਿਸਾਨੀ ਦਾ ਸੰਘਰਸ਼ ਹੈ ਔਰ ਕਿਸਾਨ ਹੀ ਹੈ ਜਿਹੜਾ ਕਿ ਜਿਹਦੇ ਕਰਕੇ ਅੱਜ ਇੰਡੀਆ ਜਾਣਿਆ ਜਾਂਦਾ ਔਰ ਸਾਰਾ ਕੁਝ ਹੈ। ਪਰ ਸਵਾਲ ਵੱਡਾ ਇੱਕ ਇਹ ਵੀ ਹੈ ਕਿ ਇਸ ਬੰਦ ਨਾਲ ਜਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਸਾਡੇ ਕਿਸਾਨ ਭਰਾ ਲਗਾਤਾਰ ਮੈਂ ਸਿੱਧੇ ਤੌਰ ਤੇ ਕਹਿ ਸਕਣਾ ਕਿ ਇੱਕ ਸੇਵਾ ਤੁਹਾਨੂੰ ਵੀ ਮਿਲੀ ਇਸ ਕਰਕੇ ਕਿ ਜਦੋਂ ਦਿੱਲੀ ਤੇ ਬੂਹੇ ਤੇ ਆ ਕੇ ਬਹਿ ਗਏ ਤੇ ਇੱਕ ਜ਼ਿੰਮੇਵਾਰੀ ਵੱਡੀ ਬਣਦੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹੜੇ ਕਿ ਸੱਚਾ ਸੌਦਾ ਜਿਹੜਾ ਕਿ 20 ਰੁਪਏ ਦਾ ਉਹ ਕਹਿ ਸਕਨੇ ਆ ਕਿ ਸਾਨੂੰ ਜਿਹੜੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਉਹ ਅੱਜ ਤੱਕ ਚੱਲ ਰਹੀ ਹੈ ਤੇ ਉਹ ਸੇਵਾ ਵੀ ਉੱਥੇ ਨਿਭਾਈ ਜਾ ਰਹੀ ਹੈ। ਮਤਲਬ ਕਿੰਨਾ ਕੁ ਵੱਡਾ ਸੀ ਕਹਿ ਸਕਨੇ ਆ ਕਿ ਮੌਕਾ ਹੈਗਾ ਕੌਮ ਦੇ ਲਈ, ਕਿੰਨਾ ਕੁ ਵੱਡਾ ਮੌਕਾ ਸਾਡੀਆਂ ਜਥੇਬੰਦੀਆਂ ਦੇ ਲਈ, ਸਾਡੀਆਂ ਸੰਸਥਾਵਾਂ ਲਈ ਕਿ ਇਸ ਅੰਦੋਲਨ ਨੂੰ, ਇਸ ਸੰਘਰਸ਼ ਨੂੰ ਹੋਰ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਔਰ ਬਿਲਕੁਲ ਉਹਨਾਂ ਮੰਗਾਂ ਨੂੰ ਮੰਨਿਆ ਵੀ ਜਾਏ। ਬਹੁਤ ਇਹ ਜ਼ਰੂਰੀ ਆ ਕਿਉਂਕਿ ਮੈਂ ਪਹਿਲਾਂ ਤੇ ਦਿੱਲੀ ਦੀ ਗੱਲ ਕਰੂੰਗਾ। ਦਿੱਲੀ ਨੂੰ ਇੱਕ ਮੌਕਾ ਮਿਲਿਆ ਆਪਣਾ ਕਰਜ਼ ਅਦਾ ਕਰਨ ਦਾ ਕਿਉਂਕਿ 1984 ਦੇ ਅੰਦਰ ਜਿਸ ਤਰੀਕੇ ਸਾਡੇ ਤੇ ਬਹੁਤ ਵੱਡਾ ਹਮਲਾ ਹੋਇਆ, ਜੋ ਕੁਝ ਸਾਡੇ ਨਾਲ ਹੋਇਆ ਸਭ ਦੀ ਦੁਨੀਆ ਨੇ ਦੇਖਿਆ। ਉਸ ਵੇਲੇ ਜਾਂ ਤੇ ਪੰਜਾਬ ਦੇ ਲੋਕਾਂ ਨੇ ਸਾਡੀ ਆਵਾਜ਼ ਨੂੰ ਚੁੱਕਿਆ ਜਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ਸਾਡੀ ਆਵਾਜ਼ ਨੂੰ ਚੁੱਕਿਆ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਭਾਵੇਂ ਦਿੱਲੀ ਦੇ ਲੋਕ ਜਿਹੜੇ ਨੇ ਉਹ ਖੇਤ ਨਹੀਂ, ਕਿਸਾਨ ਨਹੀਂ ਹੈਗੇ, ਉਹਨਾਂ ਦਾ ਖੇਤੀ ਦਾ ਨਹੀਂ ਕੰਮ ਹੈਗਾ, ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਬਾਹਾਂ ਖੋਲ ਕੇ ਆਪਣੇ ਕਿਸਾਨ ਵੀਰਾਂ ਦਾ ਸਵਾਗਤ ਕੀਤਾ। ਜੇ ਤੁਸੀਂ ਬਾਰਡਰ ਤੇ ਆ ਕੇ ਦੇਖੋ ਕਿ ਇਸ ਤਰੀਕੇ ਸਾਰੀਆਂ ਇੰਡੀਵਿਜੂਅਲ ਤੌਰ ਤੇ ਵੀ ਕਲੋਨੀਆਂ ਤੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ, ਸਿੰਘ ਸਭਾਵਾਂ ਵੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਟਾਲਾਂ ਦੇ ਉੱਤੇ ਪਹੁੰਚ ਕੇ ਵੀ ਬੀਬੀਆਂ ਸੇਵਾ ਕਰ ਰਹੀਆਂ ਨੇ, ਭੈਣਾਂ ਸੇਵਾ ਕਰ ਰਹੀਆਂ, ਨੌਜਵਾਨ ਬੱਚੇ ਆ ਕੇ ਸੇਵਾ ਕਰਦੇ ਪਏ ਨੇ, ਘਰਾਂ ਤੋਂ ਸਮਾਨ ਬਣਾ ਕੇ ਲੈ ਕੇ ਆ ਰਹੇ ਨੇ, ਰਸਦ ਲੈ ਕੇ ਆ ਰਹੇ ਨੇ, ਕੋਈ ਕੰਬਲ ਦੇ ਕੇ ਜਾ ਰਿਹਾ ਉੱਥੇ ਸਾਡੇ ਦਿੱਲੀ ਕਮੇਟੀ ਦੇ ਸਟਾਲ ਤੇ ਆ ਕੇ, ਕੋਈ ਦੁੱਧ ਲੈ ਕੇ ਆ ਰਿਹਾ ਹੈ ਤੇ ਕੋਈ ਸਬਜ਼ੀਆਂ ਲੈ ਕੇ ਆ ਰਿਹਾ ਹੈ, ਕੋਈ ਫਲ ਫਰੂਟ ਲੈ ਕੇ ਆ ਰਿਹਾ ਹੈ, ਕੋਈ ਡਰਾਈ ਫਰੂਟ ਲੈ ਕੇ ਆ ਰਿਹਾ ਹੈ। ਸੋ ਲੋਕਾਂ ਨੂੰ ਇਸ ਗੱਲ ਨੂੰ ਦਰਦ ਹੋਇਆ ਹੈ ਕਿ ਇੱਕ ਪਾਸੇ ਤੁਸੀਂ ਕਿਸਾਨ ਦੀ ਗੱਲ ਸੁਣਨਾ ਨਹੀਂ ਚਾਹੁੰਦੇ, ਉਦੋਂ ਬਾਅਦ ਉਹਨੂੰ ਕੁੱਟਣਾ ਵੀ ਚਾਹੁੰਦੇ, ਜੇ ਕੁੱਟ ਕੇ ਰੋਂਦਾ ਫਿਰ ਰੋਣ ਵੀ ਨਹੀਂ ਦੇਣਾ ਚਾਹੁੰਦੇ ਉਹਨੂੰ। ਔਰ ਜਿਹੜੀ ਸਭ ਤੋਂ ਮਜ਼ੇਦਾਰ ਗੱਲ ਆ, ਦੇਖੋ ਬਾਰ-ਬਾਰ ਜਿਹੜੀ ਆ ਸਰਕਾਰ ਇੱਕ ਗੱਲ ਕਹਿ ਰਹੀ ਆ ਕਿ ਸਾਡੇ ਕਾਨੂੰਨ ਠੀਕ ਨੇ, ਅਸੀਂ ਕਾਨੂੰਨ ਅੱਛੇ ਬਣਾਏ ਨੇ, ਸਾਡੇ ਕਾਨੂੰਨ 'ਚ ਕੋਈ ਕਮੀ ਨਹੀਂ। ਪਹਿਲਾਂ ਤੇ ਕਿਸਾਨਾਂ ਨੇ ਸਾਬਤ ਕਰਤਾ ਕਿ ਕਾਨੂੰਨ ਗਲਤ ਨੇ ਕਿਉਂਕਿ ਹੁਣ ਖੁਦ ਹੀ ਸਰਕਾਰ ਨੇ ਗੱਲ ਨੂੰ ਮੰਨਿਆ ਹੈ ਕਿ ਅਸੀਂ ਇਹਦੇ ਅੰਦਰ ਅਮੈਂਡਮੈਂਟ ਕਰਨ ਨੂੰ ਤਿਆਰ ਆ। ਅਮੈਂਡਮੈਂਟ ਤਾਂ ਹੀ ਕਰਦੇ ਪਏ ਨੇ ਕਿਉਂਕਿ ਉਹ ਮੰਨ ਗਏ ਨੇ ਕਿ ਕਾਨੂੰਨਾਂ 'ਚ ਕਮੀ ਆ, ਇੱਕ ਗੱਲ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇਹਦੇ ਸਾਹਮਣੇ ਆਈ ਆ ਉਹ ਇਹ ਆ ਕਿ ਜਦੋਂ ਕਿਸਾਨ ਕਹਿ ਰਿਹਾ ਸੀਗਾ ਕਿ ਕਾਨੂੰਨ ਗਲਤ ਨੇ, ਉਦੋਂ ਸਰਕਾਰ ਕਹਿ ਰਹੀ ਸੀ ਕਾਨੂੰਨ ਠੀਕ ਨੇ। ਔਰ ਜਦੋਂ ਇਹੀ ਸਰਕਾਰ ਜਿਹੜੀ ਉਸ ਵੇਲੇ ਆਪੋਜੀਸ਼ਨ ਸੀਗੀ ਔਰ ਕਾਂਗਰਸ 2012 ਚ ਕਾਨੂੰਨ ਲੈ ਕੇ ਆ ਰਹੀ ਸੀ ਤੇ ਉਦੋਂ ਸਵਰਗੀ ਸੁਸ਼ਮਾ ਸਵਰਾਜ ਜੀ ਜਾਂ ਸਵਰਗੀ ਅਰੁਣ ਜੇਤਲੀ ਜੀ ਦੇ ਬਿਆਨ ਸੁਣ ਲਓ, ਉਦੋਂ ਇਹ ਕਹਿ ਰਹੇ ਸੀ ਕਿ ਇਹ ਕਿਸਾਨ ਮਾਰੂਗਾ। ਸੁਸ਼ਮਾ ਸਵਰਾਜ ਜੀ ਦੀ ਐਗਜ਼ੈਕਟ ਲਾਈਨ ਮੈਂ ਤੁਹਾਨੂੰ ਯਾਦ ਕਰਾਉਣਾ, ਉਹ ਕਹਿੰਦੇ ਸੀ ਕਿ ਜੇਕਰ ਕਿਸਾਨ ਦੀਆਂ ਮੰਡੀਆਂ ਬੰਦ ਹੋ ਗਈਆਂ, ਕਿਸਾਨ ਦਾ ਮੰਡੀ ਨਹੀਂ ਹੈ ਕਿ ਕਿਸਾਨ ਦਾ ATM ਹੈ, ਐਨੀ ਟਾਈਮ ਮਨੀ ਆਏ, ਔਰ ਕਿਸਾਨ ਨੂੰ ਤੁਸੀਂ ਨਾ ਮਾਰੋ, ਉਹਦੇ ਵਿਆਹ ਵਾਸਤੇ, ਉਹਦੇ ਜੀਵਨ ਕਾਲ ਵਾਸਤੇ, ਉਹਦੇ ਵਾਸਤੇ ਮੰਡੀਆਂ ਬੜੀਆਂ ਜ਼ਰੂਰੀ ਆ। ਜੇ ਉਹਦੇ ਬੱਚੇ ਦਾ ਵਿਆਹ ਹੁੰਦਾ, ਉਹਦੀ ਬੇਟੀ ਦਾ ਵਿਆਹ ਹੁੰਦਾ, ਉਹ ਕਦੋਂ ਜਾ ਕੇ ਆਪਣੇ। ਪਰ ਸਿਰਸਾ ਸਾਹਿਬ ਸਰਕਾਰ ਤਾਂ ਹਲੇ ਵੀ ਨਹੀਂ ਮੰਨ ਰਹੀ। ਸਾਂਪਲਾ ਜੀ ਹਾਲੇ ਚ ਹੁਣੇ ਜੁੜ ਕੇ ਹਟੇ ਨੇ, ਉਹ ਹਲੇ ਵੀ ਕਹਿ ਰਹੇ ਨੇ ਕਿ ਨਹੀਂ ਇਹ ਕੂੜ ਪ੍ਰਚਾਰ ਹੋ ਰਿਹਾ ਹੈ, ਸਾਰੀ ਸਿਆਸੀ ਪਾਰਟੀਆਂ ਰਲ ਕੇ ਇਹਨੂੰ ਅੰਦੋਲਨ ਬਣਾ ਰਹੀਆਂ ਨੇ। ਉਹ ਇਹ ਕਹਿ ਰਹੇ ਕਿ ਜਿੰਨੇ ਵੀ ਲੋਕ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਜਿਹੜੇ ਹਵਾ ਦੇ ਰਹੇ ਨੇ ਉਹ ਸਾਰੇ ਅਰਾਜਕ ਤੱਤਵ ਨੇ, ਉਹ ਮਾਹੌਲ ਨੂੰ ਖਰਾਬ ਕਰ ਰਹੇ ਨੇ, ਸਰਕਾਰ ਦੇ ਐਂਟੀ ਮਾਹੌਲ ਬਣਾਇਆ ਜਾ ਰਿਹਾ। ਔਰ ਮੈਂ ਇਸੇ ਕਰਕੇ ਸਵਾਲ, ਚूंकि गुरजोत ने सवाल किया, मैं हूँ करना कि
ਉਹ ਸਿੱਧੇ ਤੌਰ ਤੇ ਜਿਹੜੀ ਰੰਗਤ ਪਿਛਲੇ ਕੁਝ ਦਿਨ ਇਸ ਪੂਰੇ ਸੰਘਰਸ਼ ਨੂੰ ਦਿੱਤੀ ਗਈ ਕਿ ਜੀ ਵੱਖਵਾਦ ਦੀ ਸਿਆਸਤ ਹੋ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨਵੀਂ ਜਾਂ ਕਹਿ ਲਓ ਕਿ ਜੋ ਇੱਕ ਬੜੀ ਪੁਰਾਣੀ ਮੰਗ ਹੈ ਉਸ ਨੂੰ ਫਿਰ ਤੋਂ ਹਵਾ ਦੇਣ ਦੀ ਕੁਝ ਤਾਕਤਾਂ ਏਜੰਸੀਆਂ ਲੱਗੀਆਂ ਹੋਈਆਂ ਨੇ। ਮਤਲਬ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੁਹਾਨੂੰ ਲੱਗਦਾ ਕਿ ਇਸ ਮੌਕੇ ਤੇ ਠੀਕ ਹੈਗੀਆਂ ਭਾਵੇਂ ਜੋ ਵੀ ਕਰ ਰਹੇ? ਨਹੀਂ, ਦੇਖੋ ਪਹਿਲੀ ਗੱਲ ਤੇ ਆ ਕਿ ਪੂਰੇ ਤੋਂ ਪੂਰਾ ਸਰਕਾਰ ਦੇ ਔਰ ਸਰਕਾਰ ਦੇ ਲੋਕਾਂ ਨੇ ਇਹ ਮਾਹੌਲ ਬਣਾ ਰੱਖਿਆ ਹੈ ਵੀ ਕਿਸੇ ਤਰੀਕੇ ਇਸ ਨੂੰ ਐਂਟੀ ਨੈਸ਼ਨਲ ਸਾਬਤ ਕਰਕੇ ਤੇ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇ, ਕਿਉਂਕਿ ਉਹ ਕਿਤੇ ਨਾ ਕਿਤੇ ਸੀਏ ਦੇ ਇਸ ਅੰਦੋਲਨ ਨੂੰ ਖਤਮ ਕਰਨ 'ਚ ਕਾਮਯਾਬ ਹੋਏ ਸੀ ਇਹ ਰੰਗਤ ਦੇ ਕੇ, ਲੇਕਿਨ ਉਹ ਇਹ ਮਹਿਸੂਸ ਨਹੀਂ ਕਰ ਪਾ ਰਹੇ। ਉਹ ਸੀਏ ਵਾਲੇ ਕੁਝ ਹੋਰ ਲੋਕ ਸੀਗੇ ਜਿਨ੍ਹਾਂ ਨਾਲ ਹੁਣ ਤੁਸੀਂ ਉਲਝਣਾ ਚਾਹ ਰਹੇ ਸੀ, ਉਹ ਲੋਕ ਕੁਝ ਹੋਰ ਨੇ। ਇੱਕ ਕਿਸਾਨ ਨੇ, ਇਹਨਾਂ ਨੇ ਆਪਣੇ ਹੱਥੀਂ ਹਲ ਚਲਾ ਕੇ, ਇਹਨਾਂ ਨੇ ਉਸ ਧਰਤੀ ਦੇ ਅੰਦਰ ਬੀਜ ਪਾ ਕੇ ਉਸ ਚੋਂ ਕਣਕ ਕੱਢ ਕੇ ਅਨਾਜ ਕੱਢ ਕੇ ਦਿਖਾਇਆ ਇਹ ਲੋਕਾਂ ਨੂੰ ਕਿ ਇੰਨਾ ਮਿਹਨਤ ਕਸ਼ ਕੌਮ ਆ, ਸੋ ਤੁਸੀਂ ਇਹਨਾਂ ਦੇ ਨਾਲ ਲੜ ਕੇ ਪੂਰੇ ਨਹੀਂ ਉਤਰ ਸਕਦੇ। ਲੇਕਿਨ ਉਹ ਇਹਨਾਂ ਨੇ ਖੂਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। 3-4 ਵਾਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਬੜੀ ਵੱਡੀ ਸੱਟ ਵੱਜ ਚੁੱਕੀ ਆ, ਮੋੜ ਪਿਆ। ਉਹ ਹਰ ਉਹਨਾਂ ਨੂੰ ਇਹ ਨਾਕਾਮ ਹੋਏ ਨੇ। ਪਹਿਲਾਂ ਹਰਿਆਣਾ ਦੇ ਲੋਕਾਂ ਨੇ ਆ ਕੇ ਇਸ ਨੂੰ ਨਾਕਾਮ ਕੀਤਾ, ਜਿਨ੍ਹਾਂ ਨੇ ਆ ਕੇ ਗੱਲ ਕਹੀ ਕਿ ਇਹ ਖਾਲਿਸਤਾਨ ਦੀ ਮੂਵਮੈਂਟ ਨਹੀਂ, ਇਹ ਕਿਸਾਨੀ ਦੀ ਮੂਵਮੈਂਟ ਹੈ। ਰਾਜਸਥਾਨ ਦੇ ਲੋਕਾਂ ਨੇ ਆ ਕੇ ਗੱਲ ਕਹੀ, ਪਰ ਇੱਥੋਂ ਤੱਕ ਮੈਨੂੰ ਯਾਦ ਆ ਕਿ ਰਾਜਸਥਾਨ ਦੇ ਕਬੀਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਕਿਸਾਨੀ ਦਾ ਇਨਸਾਫ ਮੰਗਣਾ ਨੂੰ ਖਾਲਿਸਤਾਨੀ ਤੁਸੀਂ ਕਹਿੰਦੇ ਜੇ ਤੇ ਫਿਰ ਮੈਂ ਵੀ ਖਾਲਿਸਤਾਨੀ ਆ। ਇਹ ਜਿਹੜਾ ਇਹਨਾਂ ਨੇ ਬਾਰ-ਬਾਰ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਪਏ, ਬੜੀ ਮਾੜੀ ਗੱਲ ਆ। ਪਹਿਲੀ ਗੱਲ, ਤੁਸੀਂ ਇਨਸਾਫ ਦੀ ਗੱਲ ਨਹੀਂ ਕਰਨਾ ਚਾਹੁੰਦੇ। ਦੂਜੀ ਗੱਲ ਆ, ਇਨਸਾਫ ਮੰਗਣ ਵਾਲਿਆਂ ਨੂੰ ਤੁਸੀਂ ਦੇਸ਼ ਦੇ ਗਦਾਰ ਦੱਸਣਾ ਚਾਹੁੰਦੇ ਜੇ। ਇਹ ਸਭ ਤੋਂ ਮਾੜੀ ਔਰ ਪਾਪ ਕਰਦੇ ਪਏ ਜੇ। ਔਰ ਇਹ ਕਿਸਾਨ ਉਹ ਕਿਸਾਨ ਆ ਜੋ ਖੁਦ ਆਪਣੀ ਲੜਾਈ ਲੜਦਾ ਪਿਆ ਦਿੱਲੀ ਦੇ ਬਾਰਡਰ ਤੇ, ਔਰ ਉਹਦਾ ਬੇਟਾ ਲੜਾਈ ਪੜਦਾ ਪਿਆ ਦੇਸ਼ ਦੇ ਬਾਰਡਰ ਤੇ। ਉਹ ਦਿੱਲੀ ਦੇ ਅਨਾਜ ਦੀ ਆਪਣੀ ਮਾਫੀ ਚਾਹੁੰਦਾ ਹੈ, ਅੰਨਦਾਤਾ ਜਿਹੜਾ ਹੈ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ, ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਤੇ ਕੇਂਦਰ ਸਰਕਾਰ ਦੇ ਖਿਲਾਫ ਲੜਦਾ ਪਿਆ, ਔਰ ਉਹਦਾ ਬੇਟਾ ਜਿਹੜਾ ਹੈ ਉਹ ਬਾਰਡਰ ਤੇ ਪਾਕਿਸਤਾਨ ਦੇ ਖਿਲਾਫ ਲੜਦਾ ਸ਼ਹੀਦ ਹੋ ਜਾਂਦਾ ਹੈ। ਜੇ ਤੁਸੀਂ ਇਹਨਾਂ ਨੂੰ ਦੇਸ਼ ਦੇ ਗਦਾਰ ਕਹੋਗੇ ਤੇ ਫਿਰ ਦੇਸ਼ ਦੇ ਅੰਦਰ ਸਰਦਾਰ ਕੌਣ ਆ? ਮੈਨੂੰ ਇਹ ਸਮਝਣ 'ਚ ਬੜੀ ਪਰੇਸ਼ਾਨੀ ਹੋ ਰਹੀ ਹੈ, ਇਹ ਸਮਝ ਨਹੀਂ ਪਾ ਰਿਹਾ। ਸਰਕਾਰ ਨੂੰ ਜ਼ਰੂਰ ਕਲੈਰੀਫਾਈ ਕਰਨਾ ਚਾਹੀਦਾ ਹੈ ਕਿ ਜੇਕਰ ਇਹ ਗਦਾਰ ਨੇ ਤੇ ਫਿਰ ਉਹ ਸਰਦਾਰ ਕੌਣ ਨੇ, ਦੇਸ਼ ਦੇ ਵਫਾਦਾਰ ਕੌਣ ਨੇ, ਉਹਨਾਂ ਦਾ ਨਾਮ ਜ਼ਰੂਰ ਦੱਸ ਸਕਦਾ। ਹਾਲਾਂਕਿ ਸਿਰਸਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਸੋਚ ਰਹੀ ਹੈ ਔਰ ਸਰਕਾਰ ਨੂੰ ਹੁਣ ਸ਼ਾਇਦ ਲੱਗਦਾ ਹੈ ਕਿ ਗਲਤ ਹੈ ਕਾਨੂੰਨ ਤੇ ਅਮੈਂਡਮੈਂਟ ਦੀ ਤਾਂ ਹੀ ਉਹ ਸੋਚ ਰਹੀ ਹੈ, ਪਰ ਸਵਾਲ ਇਹ ਵੀ ਹੈ ਕਿ ਅਗਰ ਹੁਣ ਇਸ ਮੌਕੇ ਤੇ ਸਥਿਤੀ ਤੇ ਆ ਕੇ ਸਰਕਾਰ ਸੋਚਦੀ ਹੈ ਤਾਂ ਕਹਿਣ ਵਾਲੇ ਇਹ ਵੀ ਕਹਿ ਰਹੇ ਨੇ ਕਿ ਹੁਣ ਸਰਕਾਰ ਨੂੰ ਇਸ ਕਰਕੇ ਵੀ ਲੱਗ ਰਿਹਾ ਕਿ ਅਸੀਂ ਪੈਰ ਪਿੱਛੇ ਨਾ ਖਿੱਚੀਏ ਕਿਉਂਕਿ ਸਾਡੇ ਵਕਾਰ ਦਾ ਸਵਾਲ ਹੋ ਜਾਏਗਾ। ਕਈ ਕਾਨੂੰਨ ਅਜਿਹੇ ਪਿੱਛੇ ਸਰਕਾਰ ਲਿਆਂਦੀ ਹੈ, ਪਿਛਲੇ ਅਗਰ ਇਤਿਹਾਸ 'ਚ ਅਸੀਂ ਨਜ਼ਰ ਮਾਰੀਏ, ਇਤਿਹਾਸ ਹੀ ਕਵਾਂਗੇ, 370 ਧਾਰਾ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ। ਹੁਣ ਜੇ ਵਕਾਰ ਦੇ ਸਵਾਲ ਦੀ ਗੱਲ ਸਰਕਾਰ ਲੈ ਕੇ ਆ ਰਹੀ ਹੈ, ਤੁਹਾਨੂੰ ਕੀ ਲੱਗਦਾ ਇੱਥੇ ਤੱਕ ਜਾਇਜ਼ ਹੈਗੀਆਂ ਜਾਂ ਚੀਜ਼ਾਂ, ਜਾਂ ਫਿਰ ਸੋਚਣਾ ਹੀ ਪਏਗਾ ਅੰਦੋਲਨ ਬਾਰੇ? ਦੇਖੋ, ਮੈਨੂੰ ਨਹੀਂ ਪਤਾ ਤੁਸੀਂ ਨੋਟਿਸ ਲਿਆ ਕਿ ਨਹੀਂ ਲਿਆ। ਮੈਂ ਰਾਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਆ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਪੜ੍ਹ ਰਿਹਾ ਸੀ। ਪਤਾ ਨਹੀਂ ਤੁਸੀਂ ਉਹਨੂੰ ਤਵੱਜੋ ਦਿੱਤੀ ਨਹੀਂ, ਪੜ੍ਹੀ ਨਹੀਂ ਧਿਆਨ ਨਾਲ। ਉਹਨਾਂ ਨੇ ਇੱਕ ਬਹੁਤ ਉਹਦੀ ਗੱਲ ਬਹੁਤ ਮਤਲਬ ਸੰਜੀਦਗੀ ਦੇ ਨਾਲ ਔਰ ਬੜੀ ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਨੇ ਸਰਕਾਰ ਨੂੰ ਇੱਕ ਸਲਾਹ ਵੀ ਦਿੱਤੀ ਆ ਤੇ ਸਰਕਾਰ ਨੂੰ ਆਪਣੇ ਐਕਸਪੀਰੀਅੰਸ ਤੋਂ ਵੀ ਦਿੱਤੀ ਆ। ਉਹਨਾਂ ਨੇ ਬਹੁਤ ਸਿਆਣੀ ਗੱਲ ਕਹੀ ਕਿ ਜਿਹੜੇ ਮੈਂ ਬਹੁਤ ਲੰਬਾ ਅੰਦੋਲਨ ਦੇਖੇ ਨੇ, ਮੁੱਖ ਮੰਤਰੀ ਨੂੰ ਵੀ ਦੇਖੇ ਨੇ, ਜਿਹੜਾ ਇਹ ਤੁਸੀਂ ਕੰਮ ਕਰਦੇ ਪਏ ਜੇ ਇਹ ਤੋਂ ਤੁਹਾਨੂੰ ਸੀਖ ਲੈਣੀ ਚਾਹੀਦੀ। ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਦਾ ਪਿਆ ਹਾਂ ਕਿ ਇਹ ਤੁਹਾਨੂੰ ਐਡਮੈਂਟ ਨਹੀਂ ਹੋਣਾ ਚਾਹੀਦਾ, ਤੁਹਾਨੂੰ ਇਹਦੇ ਤੇ ਕੋਈ ਕਿਸੇ ਵੀ ਤਰੀਕੇ ਦੀ ਜਿਹੜੀ ਆ ਅੜੀਅਲ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਕਈ ਵਾਰ ਇਨਸਾਨ ਨੂੰ ਫੈਸਲੇ ਉਹ ਲੈਣੇ ਪੈਂਦੇ ਨੇ ਜਿਹੜੇ ਲੋਕਾਂ ਦੀ ਰਾਏ ਦੇ ਮੁਤਾਬਕ ਹੋਣ, ਔਰ ਫੈਸਲੇ ਹਮੇਸ਼ਾ ਤੁਹਾਨੂੰ ਉਹੀ ਲੈਣੇ ਚਾਹੀਦੇ ਨੇ ਜੋ ਲੋਕ ਰਾਏ ਹੋਵੇ। ਜਦੋਂ ਲੋਕ ਰਾਏ ਤੋਂ ਵਿਪਰੀਤ ਫੈਸਲੇ ਲਏ ਜਾਂਦੇ ਨੇ ਔਰ ਫਿਰ ਉਹ ਲੋਕ ਰਾਏ ਤੁਹਾਡੇ ਖਿਲਾਫ ਬਣ ਜਾਂਦੀ ਆ, ਉਹਦੇ ਉੱਤੇ ਆ ਕੇ ਫਿਰ ਤੁਹਾਨੂੰ ਆਪਣੇ ਫੈਸਲੇ ਨੂੰ ਤੁਰੰਤ ਬਦਲਣ ਦੀ ਲੋੜ ਹੁੰਦੀ ਆ, ਕਿਉਂਕਿ ਲੋਕਾਂ ਦੇ ਨਾਲ ਹੀ ਸਾਡਾ ਵਜੂਦ ਆ। ਸਾਡਾ ਸੰਵਿਧਾਨ ਵੀ ਸਾਨੂੰ ਇਹੀ ਸਮਝਾਉਂਦਾ ਹੈ ਕਿ ਇਹ ਸੰਵਿਧਾਨ ਜਿਹੜਾ ਇਹ ਜਿਹੜੀ ਚੁਣੀਆਂ ਸਰਕਾਰਾਂ ਨੇ, ਇਹ ਲੋਕਾਂ ਦੇ ਵਾਸਤੇ ਆ। ਲੋਕ ਸਰਕਾਰ ਵਾਸਤੇ ਨਹੀਂ ਹੈਗੇ, ਸਰਕਾਰ ਲੋਕਾਂ ਦੇ ਵਾਸਤੇ ਆ। ਔਰ ਜਦੋਂ ਅੱਜ ਲੋਕ ਮੰਗ ਕਰਦੇ ਪਏ ਨੇ, ਲੋਕ ਇੱਥੇ ਮੰਗ ਕਰਦੇ ਪਏ ਨੇ, ਲੋਕ ਇਹ ਕਹਿੰਦੇ ਪਏ ਨੇ ਕਿ ਕਾਨੂੰਨ ਸਾਡੇ ਖਿਲਾਫ ਨੇ, ਇਹ ਕਾਨੂੰਨ ਸਾਨੂੰ ਮਾਰਨ ਨੂੰ ਆਨੇ। ਔਰ ਫਿਰ ਦੇਖੋ, ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਅੱਜ ਤੱਕ ਜਿਹਨੂੰ ਆਪਾਂ ਸਮਝਣ ਦੀ ਲੋੜ ਆ, ਦੇਖੋ ਵਿਰੋਧ ਬਹੁਤ ਚੀਜ਼ਾਂ ਦਾ ਹੁੰਦਾ, ਵਿਰੋਧ ਬੜੇ ਕਾਨੂੰਨਾਂ ਦਾ ਹੁੰਦਾ, ਵਿਰੋਧ ਬੜੀਆਂ ਹਾਲਾਤਾਂ ਤੇ ਵਿਰੋਧ ਕੀਤਾ ਜਾਂਦਾ, ਲੇਕਿਨ ਵਿਰੋਧ ਕਰਨ ਵਾਲੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਆਪੋਜੀਸ਼ਨ 'ਚ ਬੈਠੀਆਂ ਹੁੰਦੀਆਂ ਨੇ, ਉਹਨਾਂ ਦੇ ਵਿਰੋਧ ਹੁੰਦੇ ਨੇ। ਇਹ ਵਿਰੋਧ ਆਪੋਜੀਸ਼ਨ ਦਾ ਨਹੀਂ ਹੈਗਾ, ਇਹ ਵਿਰੋਧ ਕਿਸਾਨੀ ਦਾ ਹੈ। ਔਰ ਅਗਰ ਦੇਸ਼ ਭਰ ਦਾ ਕਿਸਾਨ ਇਕਜੁੱਟ ਹੋ ਕੇ ਲੜਾਈ ਲੜ ਰਿਹਾ ਹੈ ਔਰ ਉਹਦੇ ਅੰਦਰ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਸਪੋਰਟ ਕੀਤੀ ਆ, ਕੋਈ ਕਿਸਾਨਾਂ ਨੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਨਹੀਂ ਕੀਤੀ, ਬਲਕਿ ਕਿਸਾਨਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਸਪੋਰਟ ਨਹੀਂ, ਮੈਂ ਉਹੀ ਸਿਰਸਾ ਸਾਹਿਬ ਅਖੀਰ ਚ ਇੱਕ ਚੀਜ਼ ਤੁਹਾਡੇ ਤੋਂ ਹੀ ਸਮਝ ਨਹੀਂ ਚਾਹੂੰਗਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਕਿਸਾਨ ਨੂੰ ਸਪੋਰਟ ਹੈ, ਕਿ ਕਿਸਾਨਾਂ ਦੀ ਸਪੋਰਟ ਨਹੀਂ ਹੈ। ਕਿਸਾਨ ਆਪਣੀ ਜੰਗ ਆਪ ਲੜ ਰਿਹਾ ਹੈ ਔਰ ਐਸੇ ਕਰਕੇ ਕਿਸਾਨਾਂ ਨੇ ਸ਼ੁਰੂਆਤ 'ਚ ਕਹਿਤਾ ਸੀ ਕਿ ਮੰਚ ਤੇ ਕੋਈ ਸਿਆਸੀ ਬੰਦਾ ਨਾ ਆਏ, ਪਰ ਮੈਂ ਵੇਖ ਰਿਹਾ ਕਿ ਲਗਾਤਾਰ ਸਿਆਸੀ ਪਾਰਟੀਆਂ ਦੇ ਲੋਕ ਜਿਹੜੇ ਨੇ ਉਹ ਕਿਸਾਨ ਬਣ ਕੇ ਜਾਂ ਉਹਨਾਂ ਦੇ ਭਰਾ ਬਣ ਕੇ ਜ਼ਰੂਰ ਉਹਨਾਂ ਦੇ ਵਿਚਕਾਰ ਜਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। ਪਰ ਜਿਹੜਾ ਇੱਕ ਸਿਆਸਤ ਹੋ ਰਹੀ ਹੈ, ਚੂੰਕਿ ਦਿੱਲੀ ਦੀ ਗੱਲ ਹੋ ਰਹੀ ਹੈ, ਮੈਂ ਇੱਕ ਵਾਰੀ ਉਹ ਗੱਲ ਜ਼ਰੂਰ ਅਖੀਰ 'ਚ ਕਰੂੰਗਾ ਕਿ ਜੋ
ਆਪਣੇ ਆਪ ਨੂੰ ਸੇਵਾਦਾਰ ਦੱਸਿਆ ਜਾ ਰਿਹਾ ਹੈ, ਉਹ ਸਾਰਾ ਕੁਝ ਕੱਲ ਤੋਂ ਅਸੀਂ ਵੇਖ ਰਹੇ ਹਾਂ, ਪਿਛਲੇ ਕਈ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਸੇਵਾਦਾਰ ਹਾਂ, ਸੇਵਾਦਾਰ ਬਣ ਕੇ ਕਿਸਾਨਾਂ ਦੇ ਵਿਚਕਾਰ ਗਏ, ਲਗਾਤਾਰ ਸੇਵਾ ਕਰ ਰਹੇ ਹਾਂ, ਚਾਹੇ ਆਮ ਆਦਮੀ ਪਾਰਟੀ ਵੱਲੋਂ ਕੱਲ ਜੋ ਕੁਝ ਹੋਇਆ। ਮਤਲਬ ਮੈਂ ਇਹਦੇ ਤੇ ਚਾਹ ਰਿਹਾ ਕਿ ਇਸ ਵੇਲੇ ਮੌਕਾ ਕਿਸਾਨੀ ਸੰਘਰਸ਼ ਦੀ ਆੜ 'ਚ ਆਪਣੀ ਸਿਆਸਤ ਚਮਕਾਉਣ ਦਾ ਜਾਂ ਕੇਂਦਰ ਤੇ ਦਬਾਅ ਪਾਉਣ ਦਾ, ਕਿਉਂਕਿ ਕਈ ਸਵਾਲ ਖੜੇ ਹੋਏ ਨੇ ਕਿ ਦਿੱਲੀ ਸਰਕਾਰ ਨੇ ਤੇ ਉਸ ਨੂੰ ਨੋਟੀਫਾਈ ਤੱਕ ਕਰਤਾ ਨਾ 24 ਕਾਨੂੰਨ ਨੂੰ। ਦੇਖੋ, ਕਿਸਾਨ ਨੂੰ ਮੈਂ ਪਹਿਲਾਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੈ। ਕਿਸਾਨ ਅੰਦੋਲਨ ਅੰਦਰ ਛੋਟੀਆਂ-ਛੋਟੀਆਂ ਚੀਜ਼ਾਂ ਨੇ ਕਿਸਾਨੀ ਨੂੰ ਤਾਕਤ ਦਿੱਤੀ ਆ, ਕਿਸਾਨ ਅੰਦੋਲਨ ਨੂੰ ਤਾਕਤ ਦਿੱਤੀ ਆ। ਇਹ ਨੈਸ਼ਨਲ ਮੀਡੀਆ ਦੀ ਖਬਰ ਉਦੋਂ ਬਣਦੀ ਆ ਜਦੋਂ ਕੇਂਦਰ ਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਕਰ ਦਿੰਦੇ ਨੇ ਤੇ ਇੱਕ ਨੈਸ਼ਨਲ ਚੈਨਲਾਂ ਤੇ ਇੱਕ ਮਿੰਟ 'ਚ ਖਬਰ ਫਲਾਸ਼ ਹੋ ਜਾਂਦੀ ਹੈ ਕਿ ਦੇਖੋ ਕਿਸਾਨ ਬਿੱਲਾਂ ਤੇ ਚੱਲਦੇ ਅਕਾਲੀ ਦਲ ਇੰਨਾ ਪੁਰਾਣਾ ਅਲਾਇੰਸ ਪਾਰਟਨਰ ਉਹਨੇ ਛੱਡ ਦਿੱਤਾ। ਸੋ ਇੱਕ ਵੱਡੀ ਖਬਰ ਉਸ ਵੇਲੇ ਬਣੀ ਜਦੋਂ ਇਹ ਸਿਚੁਏਸ਼ਨ ਬਣੀ ਕਿ ਉਹਦੇ ਨਾਲ ਨੈਸ਼ਨਲ ਮੀਡੀਆ ਨੂੰ ਔਰ ਦੁਨੀਆ ਦੇ ਲੋਕਾਂ ਨੂੰ ਰਿਲਾਈਜ਼ ਹੋਇਆ ਕਿ ਅਗਰ ਉਹ ਲੋਕ ਵੀ ਛੱਡ ਕੇ ਚਲੇ ਗਏ ਜਿਹੜੇ ਇੰਨੀ ਦੇਰ ਤੋਂ ਨਾਲ ਜੁੜੇ ਸੀ, ਇਹਦਾ ਮਤਲਬ ਕੋਈ ਨਾ ਕੋਈ ਕਮੀ ਹੈਗੀ ਆ, ਕੋਈ ਨਾ ਕੋਈ ਚੱਕਰ ਹੈਗਾ ਇਹਦੇ ਅੰਦਰ। ਕਿਉਂਕਿ ਉਸ ਤੋਂ ਪਹਿਲਾਂ ਸਰਕਾਰ ਲੋਕਾਂ ਨੂੰ ਕਨਵਿੰਸ ਕਰ ਰਹੀ ਸੀ ਇਹ 'ਚ ਕੋਈ ਚੱਕਰ ਨਹੀਂ। ਜੀ ਫਿਰ ਅਲਾਇੰਸ ਟੁੱਟ ਗਿਆ। ਅਲਾਇੰਸ ਤੋੜਨ ਤੋਂ ਮੈਸੇਜ ਇਹ ਗਿਆ ਵੀ ਯਾਰ ਅਗਲੇ ਨੇ ਅਲਾਇੰਸ ਵੀ ਤੋੜਤਾ, ਇਹਦਾ ਮਤਲਬ ਬਹੁਤ ਵੱਡੀ ਕਮੀ ਆ। ਹੁਣ ਕਿਸਾਨੀ ਦੇ ਜਿਹੜੇ ਲੋਕ ਸੀਗੇ, ਜਿਹੜੇ ਚਾਹੇ ਉਹ ਸਿੰਗਰ ਸੀਗੇ, ਚਾਹੇ ਉਹ ਆਪਣੇ ਚੋਂ ਪਲੇਅਰ ਸੀਗੇ, ਔਰ ਉਹਨਾਂ ਨੇ ਆਪਣੇ ਅਵਾਰਡ ਵਾਪਸੀ ਦਾ ਸ਼ੁਰੂ ਕੀਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਅਵਾਰਡ ਵਾਪਸ ਕੀਤਾ। ਅਕਾਲੀ ਦਲ ਦੇ ਆਪਣੇ ਬਹੁਤ ਸਾਰੇ ਪਲੇਅਰਸ ਨੇ ਆਪਣੇ ਸਨਮਾਨ ਵਾਪਸ ਕੀਤੇ। ਹਾਂ, ਉਹਦੇ ਨਾਲ ਕੀ ਹੋਇਆ, ਇੱਕ ਹੋਰ ਮੈਸੇਜ ਫਿਰ ਗਿਆ, ਫਿਰ ਵੱਡਾ ਮੈਸੇਜ ਹੋਰ ਚਲੇ ਗਿਆ ਕਿ ਦੇਖੋ ਯਾਰ ਇਹ ਤਾਂ ਬਹੁਤ ਵੱਡੀ ਗੱਲ ਹੋ ਰਹੀ ਆ। ਹੁਣ ਅਗਰ ਇਸੇ ਤਰੀਕੇ ਦਿੱਲੀ ਸਰਕਾਰ ਵੀ ਦਿੱਲੀ ਦੇ ਅੰਦਰ ਇਸ ਬਿੱਲ ਨੂੰ ਲਾਗੂ ਕਰਨ ਦੀ ਬਜਾਏ ਇਸ ਦਾ ਵਿਰੋਧ ਕਰਕੇ ਇਹਨੂੰ ਕੈਂਸਲ ਕਰ ਦਿੰਦੀ, ਜਿਵੇਂ ਰਾਜਸਥਾਨ ਦੀ ਸਰਕਾਰ ਨੇ ਕੀਤਾ ਜਾਂ ਜਿਵੇਂ ਵੈਸਟ ਬੰਗਾਲ ਦੀ ਸਰਕਾਰ ਨੇ ਕੀਤਾ, ਅਗਰ ਇਸ ਤਰੀਕੇ ਨਾਲ ਇਹਨੂੰ ਰੱਦ ਕਰ ਦਿੰਦੀ, ਉਹਦੇ ਨਾਲ ਇੱਕ ਸੰਦੇਸ਼ ਜਾਣਾ ਸੀ। ਦਿੱਲੀ ਦੀ ਰਾਜਧਾਨੀ 'ਚ ਬੈਠੇ ਆ ਨਾ, ਜੇ ਦਿੱਲੀ ਦੀ ਸਰਕਾਰ ਅਗਰ ਰੱਦ ਕਰਦੀ ਤਾਂ ਬਹੁਤ ਵੱਡਾ ਸੰਦੇਸ਼ ਜਾਣਾ ਸੀ ਕਿ ਦੇਖੋ ਜੀ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਕਾਨੂੰਨ ਗਲਤ ਨੇ। ਇੱਥੇ ਉਹਨਾਂ ਨੇ 23 ਨਵੰਬਰ ਨੂੰ ਐਕਸੈਪਟ ਕਰ ਲਿਆ ਤਿੰਨੇ ਕਾਨੂੰਨ, ਲਾਗੂ ਕਰਨ ਤੋਂ ਬਾਅਦ ਹੁਣ ਕਹਿੰਦੇ ਅਸੀਂ ਵਿਰੋਧ ਕਰਦੇ ਪਏ ਹਾਂ। ਸੋ ਵਿਰੋਧ ਦੀ ਗੱਲ ਰਹਿ ਨਹੀਂ ਜਾਂਦੀ ਜਦੋਂ ਤੁਸੀਂ ਉਹਨਾਂ ਕਾਨੂੰਨਾਂ ਨੂੰ ਖੁਦ ਹੀ ਲਾਗੂ ਕਰ ਦਿੱਤਾ। ਸੋ ਕੀ ਅਪੀਲ ਅਖੀਰ 'ਚ ਕਰਨਾ ਚਾਹੋਗੇ? ਕਿਉਂਕਿ ਲਗਾਤਾਰ ਮੈਂ ਇਹ ਕਹਿ ਰਿਹਾ ਕਿ ਅੱਜ ਕੱਲਾ ਕਿਸਾਨਾਂ ਦਾ ਬੰਦ ਨਹੀਂ ਹੈਗਾ, ਹਰ ਇੱਕ ਵਰਗ ਜਿਹੜਾ ਕਿਸਾਨ ਭਰਾਵਾਂ ਨੂੰ ਹਿਮਾਇਤ ਕਰ ਰਿਹਾ, ਕਿਉਂਕਿ ਉਹ ਕਹਿ ਰਹੇ ਕਿ ਜੇ ਅੱਜ ਕਿਸਾਨ ਹੈ ਤੇ ਅਸੀਂ ਹੈਗੇ ਆ, ਨਹੀਂ ਤੇ ਸ਼ਾਇਦ ਨਹੀਂ ਪਤਾ ਕਿ ਰਾਤੀ ਦਾ ਲੰਗਰ ਪ੍ਰਸ਼ਾਦਾ ਵੀ ਮਿਲਣਾ ਜਾਂ ਨਹੀਂ ਮਿਲਣਾ। ਸੋ ਅੱਜ ਅਪੀਲ ਲੋਕਾਂ ਨੂੰ, ਔਰ ਖਾਸ ਤੌਰ ਤੇ ਮੈਂ ਕਹੂੰਗਾ ਸਰਕਾਰ ਨੂੰ ਵੀ ਕੀ ਅਪੀਲ ਕਰਨਾ ਚਾਹੋਗੇ? ਦੇਖੋ, ਸਰਕਾਰ ਨੂੰ ਤੇ ਮੈਂ ਕੀ ਅਪੀਲ ਕਰ ਸਕਦਾ, ਸਰਕਾਰ ਤੇ ਬੜੀ ਵੱਡੀ, ਉਹਨਾਂ ਕੋਲ ਵੱਡੇ ਦਿਮਾਗ ਨੇ, ਪਰ ਮੈਂ ਫਿਰ ਵੀ ਜ਼ਰੂਰ ਕਹਿਣਾ ਚਾਹੁੰਦਾ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਤੋਂ ਕਿ ਇੰਨਾ ਨਾ ਤੁਸੀਂ ਆਪਣੇ ਇਸ ਤਾਕਤ ਤੇ ਗਰੂਰ ਕਰੋ। ਤਾਕਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਵਕਤੀ ਚੀਜ਼ਾਂ ਨੇ। ਕਿਸਾਨ ਅੰਨਦਾਤਾ ਜਿਹੜਾ ਇੱਕ ਅੱਜ ਦਾ ਕਿਸਾਨ ਨੇ, ਜਦੋਂ ਤੋਂ ਧਰਤੀ ਨੇ ਆਪਣਾ ਵਿਸ਼ਾਲ ਰੂਪ ਧਾਰਨ ਕੀਤਾ ਉਦੋਂ ਤੋਂ ਹੀ ਕਿਸਾਨ ਅੰਨਦਾਤਾ ਦੇ ਰੂਪ ਸੇਵਾ ਕਰ ਰਹੇ। ਸੋ ਤੁਸੀਂ ਉਸ ਅੰਨਦਾਤਾ ਨੂੰ ਇਸ ਤਰੀਕੇ ਨਾਲ ਰੁਲਾਓ, ਉਸ ਅੰਨਦਾਤਾ ਨੂੰ ਇਸ ਤਰ੍ਹਾਂ ਨਾ ਉਹਦਾ ਨੁਕਸਾਨ ਕਰੋ। ਔਰ ਜੇਕਰ ਤੁਸੀਂ 3 ਕਾਨੂੰਨ ਨਹੀਂ ਵਾਪਸ ਕਰੋਗੇ ਤੇ ਇਹ ਤੁਸੀਂ ਇੱਕ ਗੱਲ ਸਮਝਦੇ ਹੋ, ਜੇ ਵੀ ਤੁਸੀਂ ਇਹ ਸੋਚੋਗੇ ਕਿ ਤੁਸੀਂ ਧੱਕੇ ਨਾਲ, ਤੁਸੀਂ ਪ੍ਰੈਸ਼ਰ ਨਾਲ ਤੁਸੀਂ ਉਹਨਾਂ ਨੂੰ ਦਬਾ ਲਓਗੇ, ਤੁਸੀਂ ਦਬਾ ਨਹੀਂ ਸਕੋਗੇ। ਜਿੰਨੀ ਜਲਦੀ ਇਹਨਾਂ ਕਾਨੂੰਨਾਂ ਦੇ ਉੱਤੇ ਵਿਚਾਰ ਕਰਕੇ ਵਾਪਸ ਲਿਆਓਗੇ, ਉਨੀ ਜਲਦੀ ਹੀ ਤੁਸੀਂ ਕਿਸਾਨ ਨੂੰ ਇੱਕ ਅੱਛਾ ਸੰਦੇਸ਼ ਦੇਣ ਚ ਕਾਮਯਾਬ ਹੋ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਸਿਰਸਾ ਸਾਹਿਬ, ਸਮਾਂ ਦੇਣ ਦੇ ਲਈ, ਜੁੜਨ ਦੇ ਲਈ ਔਰ तमाम ਗੱਲ